ਦੋਸਤੋ ਸਵਾਗਤ ਹੈ ਭਾਗ ਹਾਹਾ ਦੇ ਵਿੱਚ। ਇਸ ਦੇ ਵਿੱਚ ਦੋ ਕੁਐਸਚਨਸ ਦਾ ਤੁਸੀਂ ਜਵਾਬ ਦੇਣਾ। ਇੰਟਰਨਲ ਚੁਆਇਸ ਹੋਏਗਾ ਤੁਹਾਨੂੰ ਕੁਐਸਚਨਸ ਦਾ, ਤੇ 6 ਨੰਬਰ ਦੇ ਕੁਐਸਚਨ ਹੋਣਗੇ, ਯਾਨੀ ਕਿ 6 ਦੂਣੀ 12 ਔਰ ਘੱਟੋ ਘੱਟ 150 ਸ਼ਬਦ ਦੇ ਵਿੱਚ ਲਿਖਣਾ ਉੱਤਰ। ਨੋਰਮਲੀ ਦੇਖਣ ਦੇ ਵਿੱਚ ਆਇਆ ਕਿ ਬੱਚੇ 4-5 ਲਾਈਨਾਂ ਲਿਖ ਕੇ ਛੱਡ ਦਿੰਦੇ ਤੇ ਫਿਰ ਕਹਿੰਦੇ ਕਿ ਵੀ ਸਰ ਇਹ ਨੰਬਰ ਤੇ ਮਿਲਿਆ ਨਹੀਂ ਇਹਦੇ 'ਚ। ਤੇ ਬੱਚਿਓ ਤੁਹਾਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਵੀ 150 ਸ਼ਬਦ ਇੱਕ ਪੇਜ ਤੋਂ 1.5 ਪੇਜ ਘੱਟੋ ਘੱਟ ਲਿਖਦੇ ਹੋ ਤਾਂ ਹੁੰਦਾ ਹੈ। ਅਤੇ ਜੋ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਮੇਨ ਚੀਜ਼ ਉਸ ਦਾ ਜਵਾਬ ਜ਼ਰੂਰ ਦੇਣਾ ਤੁਸੀਂ। ਫੋਰ ਐਗਜ਼ਾਮਪਲ ਕੁਐਸਚਨ ਨੰਬਰ 15 ਹੈ, ਭਾਰਤ ਵਿੱਚ ਚੋਣ ਪ੍ਰਕਿਰਿਆ ਦੇ ਪ੍ਰਮੁੱਖ ਪੜਾਵਾਂ ਦੇ 'ਤੇ ਚਰਚਾ ਕਰੋ, ਅਤੇ ਜਾਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚਕਾਰ ਅੰਤਰ ਦੱਸੋ। ਅਤੇ ਦੂਸਰਾ ਪ੍ਰਸ਼ਨ ਹੈ 16, ਭਾਰਤੀ ਸੰਸਦੀ ਪ੍ਰਣਾਲੀ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ, ਜਾਂ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਅੰਗਾਂ ਬਾਰੇ ਵਿਸਤਾਰਪੂਰਵਕ ਲਿਖੋ। ਅਤੇ ਪਹਿਲੇ ਕੁਐਸਚਨ ਵਿੱਚੋਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਾਲਾ ਦੇ ਵਿਚਕਾਰ ਅੰਤਰ ਇਹ ਚੁਣਿਆ ਹੈ, ਅਤੇ ਇਹਦਾ ਉੱਤਰ ਦੇਖਦੇ ਹਾਂ। ਅਤੇ ਕੁਐਸਚਨ ਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਹੈ। ਸਭ ਤੋਂ ਪਹਿਲਾਂ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੋ ਚੀਜ਼ ਹੈਗਾ, ਰਾਜਨੀਤਿਕ ਪ੍ਰਣਾਲੀ ਤੇ ਅੰਤਰ, ਦੋਨੋਂ 'ਚ ਅੰਤਰ ਯਾਨੀ ਡਿਫਰੈਂਸ। ਅਤੇ ਸ਼ੁਰੂ ਕਰਦੇ हैं। ਰਾਜ ਸਰਵੋच्च ਸਰਵਸ਼੍ਰੇਸ਼ਠ ਪ੍ਰਭੁਤਾ ਸੰਪੰਨ ਸੰਗਠਨ ਹੈ। ਇਸ ਦੇ 4 ਜ਼ਰੂਰੀ ਤੱਤ ਹੁੰਦੇ ਹਨ: ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਅਤੇ ਪ੍ਰਭੂਸੱਤਾ। ਇਹ ਰਾਜ ਹੋ ਗਿਆ। ਹੁਣ ਪਹਿਲਾਂ ਰਾਜ ਨੂੰ ਕਲੀਅਰ ਕੀਤਾ ਗਿਆ, ਫਿਰ ਰਾਜਨੀਤਿਕ ਪ੍ਰਣਾਲੀ ਕੀ ਹੈ ਉਸ ਨੂੰ ਕਲੀਅਰ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ ਇੱਥੇ ਕਲੀਅਰ ਕੀਤਾ ਗਿਆ, ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਅਤੇ ਸੰਰਚਨਾਵਾਂ ਦਾ ਇੱਕ ਅਜਿਹਾ ਸਮੂਹ ਹੈ ਜਿਸ ਦੇ ਕੋਲ ਸਰੀਰਕ ਦਬਾਅ ਪਾਉਣ ਵਾਲੀ ਸ਼ਕਤੀ ਹੈ ਅਤੇ ਅੰਤਿਮ ਕੰਟਰੋਲ ਹੁੰਦਾ ਹੈ, ਅਤੇ ਇਸ ਦੁਆਰਾ ਲਏ ਗਏ ਫੈਸਲੇ ਪਿੱਛੇ ਕਾਨੂੰਨ ਦੀ ਸ਼ਕਤੀ ਹੁੰਦੀ ਹੈ। ਅਤੇ ਇਹ ਰਾਜਨੀਤਿਕ ਪ੍ਰਣਾਲੀ ਹੋ ਗਿਆ। ਅਤੇ ਦੋਨਾਂ ਨੂੰ ਡਿਫਾਈਨ ਕਰ ਦਿੱਤਾ, ਇੱਕ ਕਿਸਮ ਦਾ ਤੁਸੀਂ ਇੰਟਰੋਡਕਸ਼ਨ ਦੇ ਦਿੱਤਾ ਇਹਦਾ। ਉਸ ਤੋਂ ਬਾਅਦ ਹੈ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚਕਾਰ ਅੰਤਰ। ਅਤੇ ਪੇਜ ਨੂੰ 2 ਭਾਗਾਂ 'ਚ ਵੰਡ ਲਿਆ ਗਿਆ, ਇੱਕ ਵਿੱਚ ਰਾਜ ਲਿਖਿਆ, ਇੱਕ ਵਿੱਚ ਰਾਜਨੀਤਿਕ ਪ੍ਰਣਾਲੀ ਲਿਖਿਆ ਹੈ। ਅਤੇ ਰਾਜ ਇਹ ਇੱਕ ਕਲਪਿਤ ਸੰਸਥਾ ਹੈ, ਰਾਜਨੀਤਿਕ ਪ੍ਰਣਾਲੀ ਇੱਕ ਵਾਸਤਵਿਕ ਸੰਗਠਨ ਹੈ। ਦੂਸਰਾ ਪੁਆਇੰਟ ਹੈ, ਰਾਜ ਦੇ ਸਰੂਪ ਸੰਬੰਧੀ ਵੱਖ-ਵੱਖ ਵਿਚਾਰ ਹਨ। ਰਾਜਨੀਤਿਕ ਪ੍ਰਣਾਲੀ ਦੇ ਸਰੂਪ ਵਿੱਚ ਉਹ ਅੰਤਰ ਕਿਰਿਆਵਾਂ ਹਨ ਜੋ ਇਸ ਨੂੰ ਪ੍ਰਭਾਵਿਤ ਕਰਦੀਆਂ। ਤੀਸਰਾ ਪੁਆਇੰਟ ਹੈ, ਇਸ ਦੇ 4 ਜ਼ਰੂਰੀ ਤੱਤ ਹੁੰਦੇ ਹਨ: ਜਨਸੰਖਿਆ, ਵਸੋਂ, ਸਰਕਾਰ, ਪ੍ਰਭੂਸੱਤਾ, ਖੇਤਰ। ਰਾਈਟ। ਅਤੇ ਇੱਧਰ ਹੈ, ਇਸ ਵਿੱਚ ਰਾਜਨੀਤਿਕ ਭੂਮਿਕਾਵਾਂ, ਰਾਜਨੀਤਿਕ ਵਿਵਹਾਰ, ਰਾਜਨੀਤਿਕ ਅੰਤਰਕਿਰਿਆਵਾਂ ਆਦਿ ਸ਼ਾਮਿਲ ਹਨ। ਚੌਥਾ ਪੁਆਇੰਟ, ਰਾਜ ਦੀਆਂ ਸੀਮਾਵਾਂ ਨਿਸ਼ਚਿਤ ਹਨ, ਅਤੇ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਨਿਸ਼ਚਿਤ ਨਹੀਂ, ਇਹ ਵੱਧਦੀਆਂ ਘਟਦੀਆਂ ਰਹਿੰਦੀਆਂ ਹਨ। ਰਾਜ ਮਨੁੱਖ ਦੇ ਆਪਸੀ ਸੰਬੰਧਾਂ ਨਾਲ ਰਿਲੇਟਡ ਹੈ, ਸੰਬੰਧਿਤ ਹੈ, ਅਤੇ ਇਹ ਮਨੁੱਖ ਦੇ ਆਪਸੀ ਰਾਜਨੀਤਿਕ ਸੰਬੰਧਾਂ ਨਾਲ ਰਾਜਨੀਤਿਕ ਪ੍ਰਣਾਲੀ ਸੰਬੰਧਿਤ ਹੈ। ਰਾਜ ਦਾ ਕੰਮ ਵਿਅਕਤੀ ਦੇ ਜੀਵਨ ਲਈ ਕਲਿਆਣਕਾਰੀ ਕੰਮ ਕਰਨਾ ਹੈ। ਇਸ ਦਾ ਕੰਮ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਹੈ, ਰਾਜਨੀਤਿਕ ਪ੍ਰਣਾਲੀ ਦਾ ਕੰਮ। 7ਵਾਂ ਪੁਆਇੰਟ ਹੈ, ਰਾਜ ਦੇ ਵੱਖ-ਵੱਖ ਭਾਗਾਂ 'ਚ ਆਪਸੀ ਨਿਰਭਰਤਾ ਨਹੀਂ ਹੁੰਦੀ ਹੈ, ਜਦਕਿ ਰਾਜਨੀਤਿਕ ਪ੍ਰਣਾਲੀ ਦੇ ਵੱਖ-ਵੱਖ ਭਾਗਾਂ 'ਚ ਆਪਸੀ ਨਿਰਭਰਤਾ ਹੁੰਦੀ ਹੈ। ਉਸ ਤੋਂ ਬਾਅਦ ਰਾਜ ਕੋਲ ਪ੍ਰਭੂਸੱਤਾ ਹੁੰਦੀ ਹੈ, ਅਤੇ ਇਸ ਕੋਲ ਕਾਨੂੰਨ ਦੀ ਸਰੀਰਕ ਜਬਰੀ ਸ਼ਕਤੀ ਹੁੰਦੀ ਹੈ ਰਾਜਨੀਤਿਕ ਪ੍ਰਣਾਲੀ ਕੋਲ। ਅਤੇ ਇਸ ਪ੍ਰਕਾਰ ਅੱਗੇ ਹੈ, ਰਾਜ ਅਪਰਿਵਰਤਨਸ਼ੀਲ ਹੈ, ਰਾਜਨੀਤਿਕ ਪ੍ਰਣਾਲੀ ਬਦਲਦੀ ਰਹਿੰਦੀ ਹੈ, ਪਰਿਵਰਤਨਸ਼ੀਲ ਹੈ। ਇਹ ਵਿਆਖਿਆਤਮਕ ਵਿਚਾਰਧਾਰਾ ਹੈ, ਇਹ ਵਿਸ਼ਲੇਸ਼ਣਾਤਮਕ, ਰਾਜਨੀਤਿਕ ਪ੍ਰਣਾਲੀ ਇੱਕ ਵਿਸ਼ਲੇਸ਼ਣਾਤਮਕ ਵਿਚਾਰਧਾਰਾ ਹੈ। ਰਾਜ ਵਿੱਚ ਰਾਜਨੀਤਿਕ ਸਮਾਜੀਕਰਨ ਅਤੇ ਰਾਜਨੀਤਿਕ ਸੱਭਿਆਚਾਰ ਦਾ ਕੋਈ ਮਹੱਤਵ ਨਹੀਂ ਹੈ, ਜਦਕਿ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਰਾਜਨੀਤਿਕ ਸਮਾਜੀਕਰਨ ਅਤੇ ਰਾਜਨੀਤਿਕ ਸੱਭਿਆਚਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਰਾਜ ਵਿੱਚ ਸਿਰਫ ਕਾਨੂੰਨੀ ਸੰਸਥਾਵਾਂ ਸ਼ਾਮਿਲ ਹਨ, ਜਦਕਿ ਰਾਜਨੀਤਿਕ ਪ੍ਰਣਾਲੀ ਵਿੱਚ ਰਸਮੀ ਗੈਰ ਰਸਮੀ ਦੋਵਾਂ ਤਰ੍ਹਾਂ ਦੀਆਂ ਸੰਸਥਾਵਾਂ ਸ਼ਾਮਿਲ ਹਨ। ਇਹ ਪ੍ਰਾਚੀਨ ਧਾਰਨਾ, ਰਾਜ ਪ੍ਰਾਚੀਨ ਧਾਰਨਾ ਹੈ, ਜਦਕਿ ਰਾਜਨੀਤਿਕ ਪ੍ਰਣਾਲੀ ਨਵੀਨਤਮ ਧਾਰਨਾ ਹੈ। ਡੇਵਿਡ ਈਸਟਨ ਨੇ ਆਪਣੀ ਪੁਸਤਕ ਰਾਜਨੀਤਿਕ ਪ੍ਰਣਾਲੀ ਵਿੱਚ ਪਹਿਲੀ ਵਾਰੀ 1953 'ਚ ਇਸ ਦਾ ਪ੍ਰਯੋਗ ਕੀਤਾ ਸੀ। ਇਹ ਧਾਰਨਾ ਮੈਕਿਆਵਲੀ ਨੇ ਦਿੱਤੀ, ਰਾਜ ਦੀ ਧਾਰਨਾ ਮੈਕਿਆਵਲੀ ਨੇ ਦਿੱਤੀ ਹੈ, ਅਤੇ ਇਹ ਧਾਰਨਾ ਡੇਵਿਡ ਈਸਟਨ ਨੇ ਦਿੱਤੀ ਹੈ। ਇਸ ਤਰੀਕੇ ਨਾਲ ਦੋਨਾਂ ਵਿੱਚ ਅੰਤਰ ਸਪਸ਼ਟ ਕਰਨ ਤੋਂ ਬਾਅਦ ਤੁਸੀਂ ਸਿੱਟਾ ਵੀ ਲਿਖੋਗੇ, ਅਤੇ 6 ਦੇ ਵਿੱਚੋਂ 6 ਨੰਬਰ ਆਉਣਗੇ। ਉੱਪਰ ਸਿੱਟਾ ਹੈ, ਫਿਰ ਇੱਥੇ ਦਿੱਤਾ ਹੈ ਸਿੱਟਾ, ਇਹ ਰਿਹਾ ਸਿੱਟਾ। ਉਪਰੋਕਤ ਲਿਖੇ ਤੋਂ ਸਪਸ਼ਟ ਹੈ ਕਿ ਰਾਜ ਕੋਲ 4 ਜ਼ਰੂਰੀ ਤੱਤ ਹੋਣੇ ਚਾਹੀਦੇ ਹਨ, ਅਤੇ ਰਾਜਨੀਤਿਕ ਪ੍ਰਣਾਲੀ ਇੱਕ ਆਧੁਨਿਕ ਧਾਰਨਾ ਹੈ। ਇਸ ਵਿੱਚ ਸਰੂਪ, ਢਾਂਚੇ, ਕੰਮਾਂ ਅਤੇ ਸੀਮਾਵਾਂ ਆਦਿ 'ਚ ਬਹੁਤ ਅੰਤਰ ਹੈ ਦੋਨਾਂ 'ਤੇ। ਇਸ ਪ੍ਰਕਾਰ ਇੱਕ ਪ੍ਰਸ਼ਨ ਹੋ ਗਿਆ। ਤੁਸੀਂ 1.5
पेज 'ਚ लिख दिता, 1 ਤੋਂ 1.5 पेज 2 पेज तक भी जा सकते हो। ਸਮਾਂ ਦੇ ਹਿਸਾਬ ਨਾਲ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਅੱਗੇ ਹੈ ਨੈਕਸਟ ਕੁਐਸਚਨ ਹੈ ਸੰਯੁਕਤ ਰਾਸ਼ਟਰ ਦਾ ਜਿਹੜਾ ਸੀਗਾ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਅੰਗਾਂ ਬਾਰੇ ਵਿਸਥਾਰਪੂਰਵਕ ਲਿਖੋ। ਤੇ ਇਹ ਕੁਐਸਚਨ ਨੂੰ ਲਿਆ ਗਿਆ ਇੱਥੇ। ਤੇ ਸੰਯੁਕਤ ਰਾਸ਼ਟਰ ਕੀ ਹੈ ਪਹਿਲਾਂ ਥੋੜ੍ਹਾ ਬਹੁਤ ਇੰਟਰੋਡਕਸ਼ਨ 'ਚ ਤੁਸੀਂ ਉਹ ਲਿਖੋਗੇ, ਕਿਉਂਕਿ ਪ੍ਰਮੁੱਖ ਅੰਗਾਂ ਬਾਰੇ ਪੁੱਛਿਆ ਤੇ ਇੰਟਰੋਡਕਸ਼ਨ ਦੇ ਵਿੱਚ ਸੰਯੁਕਤ ਰਾਸ਼ਟਰ ਬਾਰੇ ਦੱਸਣਾ ਜ਼ਰੂਰੀ ਹੈ। 6 ਨੰਬਰ ਦਾ ਪ੍ਰਸ਼ਨ ਹੈ। ਤੇ ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ। ਇਸ ਦੇ ਮੁੱਢਲੇ ਮੈਂਬਰਾਂ ਦੀ ਗਿਣਤੀ 51 ਸੀ। ਹੁਣ ਇਸ ਦੇ ਮੈਂਬਰਾਂ ਦੀ ਗਿਣਤੀ 93 ਹੈ 193 ਹੈ। ਤੇ ਇਸ ਦੇ ਸੰਵਿਧਾਨ ਨੂੰ ਚਾਰਟਰ ਕਿਹਾ ਜਾਂਦਾ ਹੈ। ਔਰ ਇਸ ਦੇ 6 ਮੁੱਖ ਅੰਗ ਹਨ। ਭਾਰਤ ਇਹਦੇ ਮੁੱਢਲੇ ਮੈਂਬਰਾਂ 'ਚ ਸੀਗਾ। ਔਰ ਉਸ ਦੇ 6 ਅੰਗ ਇਸ ਪ੍ਰਕਾਰ ਹਨ। ਨੰਬਰ 1 ਮਹਾਸਭਾ, ਇਸ ਨੂੰ ਸੰਯੁਕਤ ਰਾਸ਼ਟਰ ਦੀ ਵਿਧਾਨ ਪਾਲਿਕਾ ਵੀ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਇਸ ਦੇ ਸਦस्य ਹੁੰਦੇ ਹਨ, ਇਸ ਦੇ ਮੈਂਬਰ ਹੁੰਦੇ ਹਨ। ਇਸ ਨੂੰ ਸੰਸਾਰ ਦੀ ਪੰਚਾਇਤ ਵੀ ਕਿਹਾ ਜਾਂਦਾ ਹੈ। ਇਹ ਸਾਲਾਨਾ ਬਜਟ ਪਾਸ ਕਰਦੀ ਹੈ। ਨੰਬਰ 2 ਸੁਰੱਖਿਆ ਪਰਿਸ਼ਦ, ਇਸ ਨੂੰ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਵੀ ਕਿਹਾ ਜਾਂਦਾ ਹੈ। ਇਸ ਦੇ 15 ਮੈਂਬਰ ਹੁੰਦੇ ਹਨ, 10 ਅਸਥਾਈ ਤੇ 5 ਸਥਾਈ, ਯਾਨੀ ਕਿ 5 ਪਰਮਾਨੈਂਟ ਤੇ 10 ਨਾਨ ਪਰਮਾਨੈਂਟ ਮੈਂਬਰ ਹੁੰਦੇ ਹਨ। ਇਸ ਦਾ ਮੁੱਖ ਕੰਮ ਵਿਸ਼ਵ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੈ, ਸੁਰੱਖਿਆ ਸਥਾਪਿਤ ਕਰਨਾ ਹੈ। ਉਸ ਤੋਂ ਬਾਅਦ ਹੈ ਅੰਤਰਰਾਸ਼ਟਰੀ ਕੋਰਟ, ਇਸ ਨੂੰ ਸੰਯੁਕਤ ਰਾਸ਼ਟਰ ਦੀ ਨਿਆਂਪਾਲਿਕਾ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੇ ਦੇਸ਼ਾਂ ਦੀਆਂ ਸਮੱਸਿਆਵਾਂ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦਾ ਕੰਮ ਕਰਦੀ ਹੈ। ਉਸ ਤੋਂ ਬਾਅਦ ਚੌਥਾ ਆਰਥਿਕ ਅਤੇ ਸਮਾਜਿਕ ਪਰਿਸ਼ਦ, ਇਸ ਦੇ 54 ਮੈਂਬਰ ਹਨ। ਇਹ 3 ਸਾਲਾਂ ਲਈ ਚੁਣੇ ਜਾਂਦੇ ਹਨ। ਇਹ ਸੰਸਾਰ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਦਾ ਕੰਮ ਕਰਦੇ ਹਨ। ਉਸ ਤੋਂ ਬਾਅਦ ਹੈ ਅਮਾਨਤੀ ਪਰਿਸ਼ਦ, ਇਸ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਇਹ ਅੰਗ ਪਛੜੇ ਹੋਏ ਸਵੈ ਸ਼ਾਸਨ ਰਹਿਤ ਖੇਤਰਾਂ ਦੀ ਦੇਖਭਾਲ ਕਰਦਾ ਹੈ ਅਤੇ ਵਿਕਾਸ ਲਈ ਕੰਮ ਕਰਦਾ ਹੈ ਅਮਾਨਤੀ ਪਰਿਸ਼ਦ। ਉਸ ਤੋਂ ਬਾਅਦ ਹੈ ਸੈਕਟਰੀਏਟ, ਜਿਸ ਨੂੰ ਕਿ ਸੈਕਟਰੀਏਟ ਕਿਹਾ ਜਾਂਦਾ ਹੈ। ਇਸ ਦਾ ਇੱਕ ਜਨਰਲ ਸਕੱਤਰ ਹੁੰਦਾ ਹੈ ਅਤੇ 9 ਸਹਾਇਕ ਸਕੱਤਰ ਹੁੰਦੇ ਹਨ। ਇਹ ਪ੍ਰਬੰਧਕੀ ਅੰਗ ਹੈ ਜੋ ਕਿ ਸਾਰੇ ਫੈਸਲੇ ਨੂੰ ਲਾਗੂ ਕਰਦਾ ਹੈ, ਯਾਨੀ ਕਿ ਕਾਰਜਪਾਲਿਕਾ ਦਾ ਕੰਮ ਕਰਦਾ ਹੈ। ਸਿੱਟਾ, ਉਪਰੋਕਤ ਤੋਂ ਸਪਸ਼ਟ ਹੈ ਕਿ ਸੰਯੁਕਤ ਰਾਸ਼ਟਰ ਦਾ ਮੁੱਖ ਕੰਮ ਸ਼ਾਂਤੀ ਸਥਾਪਿਤ ਕਰਨਾ ਹੈ ਅਤੇ ਸੁਰੱਖਿਆ ਸਥਾਪਿਤ ਕਰਨਾ ਹੈ। ਇਸ ਦੇ 6 ਅੰਗ ਹਨ ਅਤੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਦੀ ਹੈ ਅਤੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਸੁਰੱਖਿਆ ਸਥਾਪਿਤ ਕਰਦੀ ਹੈ। ਅਤੇ ਇਹ ਸੀਗਾ ਕਿ ਕਿਸ ਤਰੀਕੇ ਨਾਲ ਭਾਗ ਹਾਹਾ ਤੁਸੀਂ ਕਰਨਾ ਹੈ। ਇਹ ਸਾਰੇ ਕੁਐਸਚਨ ਅਤੇ ਆਨਸਰ ਤਿਆਰ ਕੀਤਾ ਹੈ ਮੈਡਮ ਮਮਤਾ ਜੀ ਨੇ, ਜਿਹੜੇ ਕਿ ਲੈਕਚਰਰ ਨੇ ਰਾਜਨੀਤੀ ਸ਼ਾਸਤਰ ਦੇ। ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਰੋਪੜ ਪੰਜਾਬ ਵਿੱਚ ਲੈਕਚਰਰ ਨੇ। ਅਤੇ ਅਸੀਂ ਥੈਂਕਫੁਲ ਹਾਂ ਮੈਡਮ ਜੀ ਦਾ ਕਿ ਉਹਨਾਂ ਨੇ ਇਹ ਜਿਹੜਾ ਹੈ ਲੈਕਚਰ ਇਹ ਆਪਣਾ ਕੁਐਸਚਨ ਪੇਪਰ ਤਿਆਰ ਕੀਤਾ। ਧੰਨਵਾਦ। ਅਤੇ ਇਹ ਕੁਐਸਚਨ ਪੇਪਰ ਇਸ ਵੀਡੀਓ ਨਾਲ ਪੂਰਾ ਹੁੰਦਾ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।